ਸੋ ਬੁਲਟਨ ਦਾ ਆਗਾਜ਼ ਕਰਦੇ ਆ ਇੱਕ ਅਹਿਮ ਖਬਰ ਜੋ ਕਿ ਮੋਹਾਲੀ ਤੋਂ ਹੈ, ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ। ਮੋਹਾਲੀ ਵਿੱਚ ਇਹ ਹਾਦਸਾ ਵਾਪਰਿਆ ਫੇਜ਼ 8 ਵਿੱਚ, ਜਿੱਥੇ ਮੇਲੇ ਦੌਰਾਨ ਇੱਕ ਝੂਲਾ ਡਿੱਗ ਗਿਆ ਔਰ ਇੱਕ ਵੱਡਾ ਹਾਦਸਾ ਵਾਪਰਿਆ। ਦੱਸਦੇ ਕਿ ਝੂਲਾ ਕਰੀਬ 50 ਫੁੱਟ ਦੀ ਉਚਾਈ ਤੋਂ ਅਚਾਨਕ ਹੇਠਾਂ ਡਿੱਗ ਗਿਆ, ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਨੇ। ਹਾਦਸੇ ਵਿੱਚ 30 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤੇ 13 ਨੂੰ ਗੰਭੀਰ ਸੱਟਾਂ ਵੱਜੀਆਂ ਨੇ। 5 ਨੂੰ ਹਸਪਤਾਲ ਚੋਂ ਛੁੱਟੀ ਮਿਲੀ ਹੈ ਤੇ 25 ਹਾਲੇ ਵੀ ਜ਼ੇਰੇ ਇਲਾਜ ਨੇ। ਮੇਲੇ ਦੌਰਾਨ ਇਹ ਹਾਦਸਾ ਵਾਪਰਿਆ ਤੇ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪ੍ਰਬੰਧਕ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਸੀ ਮੇਲਾ, ਉਹ ਉੱਥੋਂ ਭੱਜ ਗਏ। जी हाँ, सो ये तस्वीरां अपने आप डरावनियां ने, क्योंकि जिस तरह दे नाल ये चूल्हा इन्नी उचाई तो डिग्या है, उस विच बहुत सारे लोग इस चूल्हे का मजा लैण लई सवार सन, लेकिन ये उन्हां दे लई एक दर्दनाक हादसा वापर गया, जिस नाल इन्नी उचाई तो यह चूल्हा हेठां जा डिग्या और उस तो बाद इस विच कई लोग जिहड़े ने वो जख्मी होए। फेज 8 दे विच मेला लग्या सीगा, जिस दौरान ये हादसा वापरिया। हर कोई उत्थे सख्ते विच सी, जिस तरह देख सकते हो किस तरह दे नाल बड़ी स्पीड दे नाल ये हेठां आंदा है और उस तो बाद उत्थे हफड़ा तफड़ी दा माहौल बन जाता है। ਫੇਸ 8 ਦੇ ਦਸਹਿਰਾ ਗਰਾਊਂਡ ਦੀਆਂ ਇਹ ਤਸਵੀਰਾਂ ਨੇ, ਜਿੱਥੇ ਇਹ ਮੇਲਾ ਚੱਲ ਰਿਹਾ ਸੀ ਤੇ ਇੱਕ ਸਪਿਨਿੰਗ ਜੌਇਰਾਈਡ ਕਿਸ ਤਰ੍ਹਾਂ ਡਿੱਗ ਜਾਂਦਾ ਹੈ ਤੇ ਹਾਦਸੇ ਦਾ ਸ਼ਿਕਾਰ ਇੱਥੇ ਕਈ ਲੋਕ ਹੁੰਦੇ ਹੋਏ ਨਜ਼ਰ ਆਏ। ਇੱਥੇ ਮੌਕੇ ਤੇ ਸਲੀਪਰਸ ਵੀ ਮਿਲੇ ਨੇ ਲੋਕਾਂ ਦੇ, ਕਿਉਂਕਿ ਅਚਾਨਕ ਲੋਕਾਂ ਨੂੰ ਭੱਜਣਾ ਪੈ ਗਿਆ ਇੱਕਦਮ ਤੋਂ। ਉੱਥੇ ਜੋ ਹਫੜਾ ਦਫੜੀ ਦਾ ਮਾਹੌਲ ਭੱਜਦਾ ਜਿਹੜੀ ਹੈ, ਕਿਉਂਕਿ ਅਜਿਹੇ ਜਦੋਂ ਮੇਲੇ ਹੁੰਦੇ ਨੇ ਲੋਕ ਵੱਡੀ ਗਿਣਤੀ ਬੱਚੇ ਵੀ ਬਹੁਤ ਸਾਰੇ ਹੁੰਦੇ ਨੇ। ਅਜੇ ਵਿਚਕਾਰ ਇਸ ਤਰ੍ਹਾਂ ਦਾ ਹਾਦਸਾ ਜਿਨ੍ਹਾਂ ਦੇ ਨਾਲ ਵਾਪਰਿਆ ਉਹਨਾਂ ਦੇ ਵਿੱਚ ਤਾਂ ਕਿਉਂਕਿ ਬਹੁਤ ਸਾਰੇ ਜ਼ਖਮੀ ਹੋ ਗਏ। ਇਹ ਤਸਵੀਰਾਂ ਹਾਦਸੇ ਵਾਲੀ ਥਾਂ ਦੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਇਹ ਹਾਦਸਾ ਵਾਪਰਿਆ ਔਰ ਉਸ ਤੋਂ ਬਾਅਦ ਇਹ ਆਪਣੇ ਆਪ 'ਚ ਬੜੀਆਂ ਡਰਾਉਣੀਆਂ ਤਸਵੀਰਾਂ ਨੇ, ਕਿਉਂਕਿ ਅਕਸਰ ਅਸੀਂ ਸਭ ਲੋਕ ਮੇਲਿਆਂ 'ਚ ਜਾਂਦੇ ਹਾਂ, ਇਸ ਤਰ੍ਹਾਂ ਦੀ ਅਮਿਊਜ਼ਮੈਂਟ ਰਾਈਡਸ ਦਾ ਵੀ ਹਿੱਸਾ ਬਣਨੇ ਆ, ਲੇਕਿਨ ਕਿਸ ਤਰ੍ਹਾਂ ਦੇ ਨਾਲ ਚੀਖ ਪੁਕਾਰ ਮਚੀ ਹੈ, ਅਫੜਾ ਦਫੜੀ ਮਚੀ ਹੈ। ਪੁਲਿਸ ਹੈ ਮੌਕੇ ਤੇ ਪਹੁੰਚੀ ਹੈ, ਜਾਂਚ ਕੀਤੀ ਜਾ ਰਹੀ, ਲੇਕਿਨ ਜਿਹੜੇ ਪ੍ਰਬੰਧਕ ਸਨ ਉਹ ਮੌਕੇ ਤੋਂ ਫਰਾਰ ਹੋ ਗਏ ਔਰ ਅਜੇ ਵਿਚਕਾਰ ਹੁਣ तमाम ਗੱਲਾਂ ਦੀ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ। ਬਹਰਹਾਲ ਦੱਸਦੇ ਕਿ ਹਾਦਸੇ 30 ਲੋਕ ਜ਼ਖਮੀ ਨੇ, ਜਿਨ੍ਹਾਂ ਚੋਂ 13 ਨੂੰ ਗੰਭੀਰ ਸੱਟਾਂ ਵੱਜੀਆਂ ਨੇ। ਦੋ ਤਸਵੀਰਾਂ ਨੇ ਜਿੱਥੇ ਮੇਲੇ ਦੌਰਾਨ ਇਹ ਝੂਲਾ ਡਿੱਗਿਆ ਔਰ ਉਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਔਰ ਸ਼ਾਇਦ ਇਹ ਜ਼ਿੰਦਗੀ ਭਰ ਉਹਨਾਂ ਨੂੰ ਇਹ ਹਾਦਸਾ ਭੁੱਲਣ ਨਹੀਂ ਵਾਲਾ, ਜਿਹੜੇ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ, ਜੋ ਇਸ ਵਿੱਚ ਜ਼ਖਮੀ ਹੋਏ ਨੇ। ਜਿਵੇਂ ਕੱਲ ਐਤਵਾਰ ਦਾ ਦਿਨ ਸੀ ਤਾਂ ਜ਼ਾਹਿਰ ਤੌਰ ਤੇ ਭੀੜ ਹੁੰਦੀ ਹੈ ਅਜੀਤ ਥਾਂ ਤੇ। वुहान था, मैंने खुद अपने हाथों से उनको बाहर निकाला। अच्छा, तो ਹੁਣ ਮੰਗ ਕੀ ਕਰਦੇ ਜੋ ਮੈਨੇਜਮੈਂਟ ਦੀ ਕਹੀ ਜਾ ਰਹੀ ਹੈ, ਉਹਨਾਂ ਨੇ ਇਸ ਚੀਜ਼ ਨੂੰ ਝੂਲੇ ਨੂੰ ਚੈੱਕ ਨਹੀਂ ਕੀਤਾ। यहाँ से भाग गई अब तो सारी, अब तो मैनेजमेंट सारी पब्लिक को देख के भाग गई है यहाँ से। ਜਿਹੜੇ ਬਾਉਂਸਰ ਸੀ ਉਹ ਵੀ ਭੱਜ ਗਏ। ਪਹਿਲੀ ਗੱਲ, ਜੇ ਅੱਜ ਝੂਟਾ ਨਾ ਗਿਰਦਾ ਇੱਥੇ ਅੱਗ ਵੀ ਲੱਗ ਸਕਦੀ, ਨਾ ਫਾਇਰ ਬ੍ਰਿਗੇਡ ਹੈ ਨਾ ਕੋਈ ਐਂਬੂਲੈਂਸ ਹੈ। ਪੂਰਾ ਮੋਹਾਲੀ ਇੱਥੇ ਆ ਰਿਹਾ, ਤੁਹਾਡੇ ਸਾਹਮਣੇ ਦਾ ਹੈਗਾ ਜੀ। ਕੋਈ ਪ੍ਰਸ਼ਾਸਨ ਦੀ ਤਰਫ ਤੇ ਕੋਈ ਨਹੀਂ ਹੈ। ਇੰਨਾ ਬੜਾ ਝੂਟਾ ਦਿੱਤਾ, ਕੀ ਹੋਇਆ? ਡੀਸੀ ਆਫਿਸ ਮੈਡਮ ਨੇ परमिशन देती, उन्होंने काम चालू करता। उन्होंने फर्ज बनता रोज डेली चेक करना। वहाँ बीच में जो जब ये झूला गया तो डायरेक्ट नीचे आया, जिसमें बच्चे भी थे, लेडीज भी थी और बूढ़े भी थे। ठीक है, इन मैनेजमेंट वालों ने जैसे ये हादसा देखा, सारे मैनेजमेंट भाग गया। मैनेजर ना एम्बुलेंस है यहाँ पे, ना पीसीआर। इतनी बड़ी गैदरिंग हुई है, एसएसपी को ये नहीं पता इतनी बड़ी गैदरिंग है कि यहाँ पे पीसीआर रखे, यहाँ पे सिक्योरिटी रखे, बाउंसर्स यहाँ पी के आ रहे हैं बाद में, सबने दारू पी हुई है, सब बदतमीजी कर रहे हैं पब्लिक से, मार धाड़ कर रहे हैं और बोल रहे हैं कि कोई मरा नहीं है। तो ज्यादा टेंशन लेने की जरूरत नहीं, ऊपर से पुलिस इनका साथ दे रही है, पुलिस कोई एक्शन नहीं ले रही है। कंट्रोल रूम ਤੇ ਮੈਸੇਜ ਆ ਰਿਹਾ ਸੀਗਾ ਤੇ ਅਸੀਂ ਔਨ ਦੀ ਸਪੌਟ ਪਹੁੰਚ ਗਏ ਤੇ ਨਾਲ ਇੱਕੋ 16 ਏਐਸਏ ਪ੍ਰਸੋਤਮ ਤੇ ਏਐਸਏ ਮਹਿੰਦਰ ਸਿੰਘ, ਇਹ ਪਹਿਲੇ ਹੀ ਆਲਰੇਡੀ ਦੋ ਲੇਡੀਜ਼ ਨੂੰ ਲੈ ਕੇ ਨਿਕਲ ਪਏ ਸੀ ਤੇ ਅਸੀਂ ਨਾਲ ਨਾਲ ਪਹੁੰਚ ਗਏ ਤੇ ਅਸੀਂ ਵੀ ਇੱਕ ਲੇਡੀਜ਼, ਉਹ ਇੱਕ ਉਹਦੀ ਮਦਰ ਸੀ ਤੇ ਇੱਕ ਛੋਟਾ ਬੱਚਾ ਸੀ, ਉਹਨੂੰ ਵੀ ਆਪਾਂ ਸਪੌਟ ਤੇ ਪਹੁੰਚੇ। ਨਾਲ ਦੀ ਨਾਲ ਅਸੀਂ ਲੈ ਕੇ 6 ਫੇਸ ਸਿਵਲ ਹਸਪੀਟਲ ਆ ਕੇ ਉਹਨਾਂ ਨੂੰ ਡਾਕਟਰਾਂ ਅੱਗੇ ਸਰ ਕੋਈ ਝੂਲਾ ਟੁੱਟਣ ਦਾ ਕੋਈ ਕਾਰਨ ਪਤਾ ਲੱਗਿਆ? ਨਹੀਂ ਜੀ, ਇਹਦਾ ਸਾਨੂੰ ਕੋਈ ਪਤਾ ਨਹੀਂ। ਮੋਹਾਲੀ ਫੇਸ 8 ਜਿੱਥੇ ਕਿ ਇੱਕ ਮੇਲਾ ਲੱਗਿਆ ਹੋਇਆ ਸੀ ਤੇ ਇਸ ਮੇਲੇ ਦੇ ਵਿੱਚ ਜਿਹੜੇ ਝੂਲੇ ਲੱਗੇ ਹੋਏ ਸੀ, ਉਹਨਾਂ ਝੂਲਿਆਂ 'ਚੋਂ ਇੱਕ ਝੂਲਾ ਜਿਹੜਾ ਹੈਗਾ ਉਹ ਗਿਰਨ ਦੇ ਕਰਕੇ 10 ਲੋਕ ਜ਼ਖਮੀ ਹੋ ਗਏ ਨੇ। ਤਸਵੀਰਾਂ ਤੁਹਾਨੂੰ ਇਸ ਝੂਲੇ ਦੀਆਂ ਦਿਖਾ ਦਿੰਦੇ ਆ। ਤਾਂ ਇਹ ਝੂਲਾ ਮੋਹਾਲੀ ਫੇਸ 8 ਦੇ ਵਿੱਚ ਲੱਗਿਆ ਹੋਇਆ ਸੀ। ਜਦੋਂ ਇੱਕ ਮੇਲੇ ਦੌਰਾਨ ਇਸ ਝੂਲੇ ਨੂੰ ਲਗਾਇਆ ਗਿਆ ਸੀ ਤਾਂ ਇਸ ਝੂਲੇ ਦੇ ਉੱਤੇ ਕਰੀਬ 30 ਲੋਕ ਬੈਠੇ ਸਨ। ਜਿਹੜਾ ਜਦੋਂ ਇਹ ਝੂਲਾ ਉੱਪਰ ਗਿਆ ਤਾਂ ਇੱਕ ਮੋਹਾਲੀ ਫੇਸ 8 ਜਿੱਥੇ ਕਿ ਇੱਕ ਮੇਲਾ ਲੱਗਿਆ ਹੋਇਆ ਸੀ ਤੇ ਇਸ ਮੇਲੇ ਦੇ ਵਿੱਚ ਜਿਹੜੇ ਝੂਲੇ ਲੱਗੇ ਹੋਏ ਸੀ, ਉਹਨਾਂ ਝੂਲਿਆਂ 'ਚੋਂ ਇੱਕ ਝੂਲਾ ਜਿਹੜਾ ਹੈਗਾ ਉਹ ਗਿਰਨ ਦੇ ਕਰਕੇ 10 ਲੋਕ ਜ਼ਖਮੀ ਹੋ ਗਏ ਨੇ। ਤਸਵੀਰਾਂ ਤੁਹਾਨੂੰ ਇਸ ਝੂਲੇ ਦੀਆਂ ਦਿਖਾ ਦਿੰਦੇ ਆ। ਤਾਂ ਇਹ ਝੂਲਾ ਮੋਹਾਲੀ ਫੇਸ 8 ਦੇ ਵਿੱਚ ਲੱਗਿਆ ਹੋਇਆ ਸੀ। ਜਦੋਂ ਇੱਕ ਮੇਲੇ ਦੌਰਾਨ ਇਸ ਝੂਲੇ ਨੂੰ ਲਗਾਇਆ ਗਿਆ ਸੀ ਤਾਂ ਇਸ ਝੂਲੇ ਦੇ ਉੱਤੇ ਕਰੀਬ 30 ਲੋਕ ਬੈਠੇ ਸਨ। ਜਿਹੜਾ ਜਦੋਂ ਇਹ ਝੂਲਾ ਉੱਪਰ ਗਿਆ ਤਾਂ ਇੱਕਦਮ ਨਾਲ ਹੇਠਾਂ ਡਿੱਗਿਆ, ਕਿਉਂਕਿ ਕੋਈ ਮਿਸ बैलेंस होया या फिर इसकी कोई तार टुटी, जिस करके एकदम अनबैलेंस होकर हेठां गिरिया। तो ये तस्वीर उस तार की हैगी जिहड़ी
ਤਾਰ ਵਿੱਚੋਂ ਟੁੱਟੀ ਅਤੇ ਉਸ ਤੋਂ ਬਾਅਦ ਝੂਲਾ ਬੁਰੀ ਤਰੀਕੇ ਨਾਲ ਗਿਰਿਆ ਤੇ ਲੋਕ ਜ਼ਖਮੀ ਹੋਏ। ਤਾਂ ਕਰੀਬ 30 ਲੋਕ ਜਿਹੜੇ ਹੈਗੇ ਨੇ ਇਸ ਝੂਲੇ ਦੇ ਉੱਤੇ ਬੈਠ ਸਕਦੇ ਨੇ, ਤਾਂ 30 ਲੋਕਾਂ ਦੀ ਜਾਨ जोखिम च ਜਿਹੜੀ ਹੈਗੀ ਆ ਪਾਈ ਗਈ। ਤਾਂ ਇਹ तमाम ਚੀਜ਼ਾਂ ਹਾਲੇ ਜਾਂਚ ਦਾ ਵਿਸ਼ਾ ਨੇ ਕਿ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਨਾਲ ਪੈਰਾਮੀਟਰ ਕੀ ਰੱਖੇ ਗਏ ਕਿ ਇਸ ਝੂਲੇ ਨੂੰ ਅਪਰੂਵਲ ਦਿੱਤੀ ਗਈ। ਤਾਂ ਉਸ ਤੋਂ ਬਾਅਦ ਲੋਕ ਜ਼ਖਮੀ ਹੋਏ, ਬੁਰੀ ਤਰੀਕੇ ਨਾਲ ਜ਼ਖਮੀ ਹੋਏ। ਆਸ-ਪਾਸ ਦੇ ਹਸਪੀਟਲ ਜਿਹੜੇ ਹੈਗੇ ਉਹਨਾਂ 'ਚ ਭਰਤੀ ਕਰਵਾਉਣਾ ਪਿਆ ਅਤੇ ਮੌਕੇ ਤੋਂ ਜੋ ਪ੍ਰਬੰਧਕ ਸੀ ਉਹ ਫਰਾਰ ਹੋ ਗਏ ਤੇ ਬਾਉਂਸਰ ਜਿਹੜੇ ਸੀਗੇ ਜਾਂ ਗਾਰਡ ਸੀਗੇ ਜਿਹੜੇ ਇਸ ਝੂਲੇ ਦੇ ਆਸ-ਪਾਸ ਖੜੇ ਸੀ ਉਹ ਮੌਕੇ ਦੇ ਉੱਤੇ ਆਮ ਲੋਕਾਂ ਨੂੰ ਨੇੜੇ ਤੱਕ ਨਹੀਂ ਆਉਣ ਦਿੰਦੇ ਸੀ। ਤਾਂ ਇਹ तमाम ਚੀਜ਼ਾਂ ਜਿਹੜੀਆਂ ਹੈਗੀਆਂ ਜਾਂਚ ਦਾ ਵਿਸ਼ਾ। ਲੇਕਿਨ ਇਸ ਤਰੀਕੇ ਦੇ ਝੂਲਿਆਂ ਦਾ ਕੀ ਪੈਰਾਮੀਟਰ ਹੁੰਦਾ ਕਿ ਇਹਨਾਂ ਨੂੰ ਅਪਰੂਵਲ ਮਿਲੇ ਜਾਂ ਪ੍ਰਸ਼ਾਸਨ ਤੋਂ ਕੀ ਪ੍ਰੋਸੈਸ ਲੈਂਦਾ, ਇਹ तमाम ਚੀਜ਼ਾਂ ਜਾਂਚ ਦਾ ਵਿਸ਼ਾ। ਲੇਕਿਨ ਇਹ ਜਾਨਲੇਵਾ ਝੂਲਾ ਸਾਬਿਤ ਹੋ ਸਕਦਾ ਆਮ ਲੋਕਾਂ ਦੇ ਲਈ, ਕਿਉਂਕਿ 30 ਲੋਕ ਅਗਰ ਇਸ ਝੂਲੇ ਦੇ ਉੱਤੇ ਬੈਠਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਾਨ जोखिम 'ਚ ਪੈਂਦੀ ਆ। ਤਾਂ ਇਸ ਦੇ ਲਈ ਜ਼ਿੰਮੇਵਾਰੀ ਤਾਂ ਤੈਅ ਕਰਨੀ ਪਏਗੀ ਕਿ ਆਖਿਰਕਾਰ ਜ਼ਿੰਮੇਵਾਰੀ ਕਿਸ ਦੀ ਆ। ਲੇਕਿਨ ਹਾਲ ਫਿਲਹਾਲ ਇੱਕ ਵੱਡਾ ਹਾਦਸਾ ਹੋਣੋਂ ਟਲਿਆ, ਲੇਕਿਨ 10 ਲੋਕ ਜ਼ਖਮੀ ਜ਼ਰੂਰ ਇਸ ਪੂਰੇ ਝੂਲੇ ਦੇ ਉੱਤੇ ਬੈਠਣ ਤੋਂ ਬਾਅਦ ਹੋਏ ਨੇ। ਲੇਕਿਨ ਇਹ तमाम ਚੀਜ਼ਾਂ ਹੁਣ ਦੇਖਣਾ ਹੋਏਗਾ ਕਿ ਮਾਲੀ ਪ੍ਰਸ਼ਾਸਨ ਜਿਹੜਾ ਹੈਗਾ ਉਹ ਕਿਸ ਦੀ ਜ਼ਿੰਮੇਵਾਰੀ ਤੈਅ ਕਰਦਾ, ਆਖਿਰਕਾਰ ਕਿਹਨੇ ਅਪਰੂਵਲ ਦਿੱਤੀ, ਮੇਲਾ ਦਾ ਪ੍ਰਬੰਧਕ ਜਿਹੜੇ ਹੈਗੇ ਸੀ ਉਹਨਾਂ ਦਾ ਕੀ ਰੋਲ ਸੀਗਾ। ਇਸ ਤੋਂ ਇਲਾਵਾ ਜਿਹੜੇ ਇਸ ਸਪੈਸ਼ਲੀ ਝੂਲੇ ਦੇ ਪ੍ਰਬੰਧਕ ਸੀਗੇ ਉਹਨਾਂ ਨੇ ਕੀ ਮੈਜਰਮੈਂਟ ਦੇਖੇ ਸੀ ਕਿ ਇਹ ਝੂਲਾ ਠੀਕ ਹੈਗਾ, ਉਸ ਤੋਂ ਬਾਅਦ ਲੋਕਾਂ ਨੂੰ ਉੱਤੇ ਬਿਠਾਇਆ ਗਿਆ ਤਾਂ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਨਾਲ ਅਪਰੂਵਲ ਦਿੱਤੀ ਗਈ ਸੀ। ਇਹ तमाम ਚੀਜ਼ਾਂ ਜਾਂਚ ਦਾ ਘੇਰੇ ਦਾ ਵਿਸ਼ਾ ਹੈਗੇ। ਲੇਕਿਨ ਹਾਲ ਫਿਲਹਾਲ ਜਿਹੜਾ ਹੈਗਾ ਬਹੁਤ ਵੱਡੇ ਸਵਾਲ ਇਸ ਝੂਲੇ ਤੋਂ ਡਿੱਗਣ ਦੇ ਕਰਕੇ ਹਾਦਸੇ ਦੇ ਵਿੱਚ 10 ਲੋਕ ਜਿਹੜੇ ਹੈਗੇ ਜ਼ਖਮੀ ਹੋਣ ਦੇ ਕਰਕੇ ਸਵਾਲ ਉੱਠੇ ਨੇ। ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਇਸ ਤੇ ਕੀ ਕਾਰਵਾਈ ਕਰਦੀ ਹੈ। ਕੈਮਰਾਮੈਨ ਜੱਗੀ ਦੇ ਨਾਲ ਰਵਿੰਦਰ ਮੀਤ, PTC ਨਿਊਜ਼ ਮੋਹਾਲੀ। ਸਾਡੇ ਨਾਲ ਸਾਰੇ ਸਹਿਯੋਗੀ ਅੰਕੁਸ਼ ਇਸ ਵੇਲੇ ਜੁੜ ਚੁੱਕੇ ਨੇ, ਉਹਨਾਂ ਤੋਂ ਤਾਜ਼ਾ ਅਪਡੇਟ ਲੈਣੇ। ਅੰਕੁਸ਼, ਜਦੋਂ ਵੀ ਅਜਿਹੇ ਮੇਲੇ ਹੁੰਦੇ ਨੇ ਜਾਂ ਅਜਿਹੀਆਂ ਰਾਈਡਸ ਹੁੰਦੀਆਂ ਨੇ ਬਹੁਤ ਸਾਰੇ ਅਪਰੂਵਲਸ ਦੀ ਲੋੜ ਹੁੰਦੀ ਹੈ, ਲੇਕਿਨ ਇੱਥੇ ਲੱਗਦਾ ਹੈ ਬਹੁਤ ਸਾਰੀ ਲਾਪਰਵਾਹੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ, ਜਿਸ ਨਾਲ ਇਸ ਦੀ ਹੁਣ ਜ਼ਿੰਮੇਵਾਰੀ ਲੈਣ ਵਾਲਾ ਵੀ ਕੋਈ ਨਹੀਂ ਹੈ। ਰਾਧਾ, ਬਿਲਕੁਲ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਹੈ, ਕਿਉਂਕਿ ਜਿਸ ਵੇਲੇ ਹਾਦਸਾ ਹੋਇਆ ਤਾਂ ਉਸ ਤੋਂ ਤੁਰੰਤ ਬਾਅਦ ਜਿਹੜੇ ਇੱਥੇ ਦੇ ਪ੍ਰਬੰਧਕ ਸੀਗੇ ਉਹ ਇੱਥੋਂ ਭੱਜਦੇ ਨਜ਼ਰ ਆਏ ਨੇ ਤੇ ਲੋਕਾਂ ਵੱਲੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਵਾਰ ਤੁਹਾਨੂੰ ਤਾਜ਼ਾ ਤਸਵੀਰਾਂ ਵਿਖਾਦਾ ਰਾਧਾ, ਮੈਂ ਉਸੇ ਝੂਲੇ ਦੇ ਉੱਤੇ ਮੌਜੂਦ ਹਾਂ ਜਿੱਥੇ ਕੱਲ ਦੇਰ ਰਾਤ ਇਹ ਹਾਦਸਾ ਹੋਇਆ ਤੇ ਇਹ ਵੇਖ ਸਕਦੇ ਹੋ ਤੁਸੀਂ, ਇਹ ਜਿਹੜੀ ਅਮਿਊਜ਼ਮੈਂਟ ਰਾਈਡ ਸੀਗੀ ਜਿਹੜੀ ਲੋਕਾਂ ਨੇ ਸੋਚਿਆ ਵੀ ਨਹੀਂ ਹੋਣਾ ਜਿਹੜੇ ਇਹਦੇ ਉੱਤੇ ਚੜੇ ਸੀਗੇ ਕਿ ਇਹ ਕਿੰਨੀ ਦਰਦਨਾਕ ਜਿਹੜੀ ਰਾਈਡ ਆਖਿਰ ਦੇ ਵਿੱਚ ਸਾਬਤ ਹੋਏਗੀ। ਦੇਖ ਸਕਦੇ ਹੋ ਤੁਸੀਂ ਕਿੰਨਾ 50 ਫੁੱਟ ਲਗਭਗ ਉੱਚਾ ਇਹ ਝੂਲਾ ਹੈ ਜਿਹੜੇ ਕਿ ਇੱਥੋਂ ਘੁੰਮਦੇ ਹੋਏ ਉੱਪਰ ਜਾਂਦਾ ਤਾਂ ਉੱਥੋਂ ਹੌਲੀ ਹੌਲੀ ਘੁੰਮਦੇ ਨੀਚੇ ਆਉਂਦਾ। ਲੇਕਿਨ ਅਚਾਨਕ ਇਹਦੀ ਜਿਹੜੀ ਬੈਲਟ ਜਿਹੜੀ ਦੱਸੀ ਜਾ ਰਹੀ ਹੈ ਤਾਰ ਟੁੱਟ ਗਈ ਤਾਂ ਜਿਸ ਕਾਰਨ ਜਿਹੜਾ ਹੁੱਕ ਤੋਂ ਬਾਹਰ ਨਿਕਲਿਆ ਤੇ ਜਿਸ ਕਾਰਨ ਅਚਾਨਕ ਇਹ ਝੂਲਾ ਕਾਫੀ ਤੇਜ਼ੀ ਦੇ ਨਾਲ ਜਿਹੜਾ ਨੀਚੇ ਡਿੱਗਿਆ, ਜਿਸ ਦੇ ਵਿੱਚ ਜਿਹੜੇ ਝੂਲੇ ਦੇ ਉੱਤੇ ਸਵਾਰ ਲੋਕ ਸੀਗੇ ਉਹ ਸਾਰੇ ਜਿਹੜੇ ਇਸ ਦੇ ਵਿੱਚ ਇੰਜਰਡ ਹੋਏ ਆ, ਜਿਨ੍ਹਾਂ ਨੂੰ ਗਲੇ ਦੇ ਉੱਤੇ, ਛਾਤੀ ਤੇ ਨਾਲ ਜਿਹੜੀ ਬੈਕ ਦੀ ਜਿਹੜੀ ਇਹਨਾਂ ਨੂੰ ਸ਼ਿਕਾਇਤਾਂ ਹੋਈਆਂ, ਬੈਕ ਦੀ ਜਿਨ੍ਹਾਂ ਦੇ ਜਿਹੜੇ ਘਾਇਲ ਹੋਏ। ਇੱਕ ਵੱਡਾ ਹਾਦਸਾ ਇੱਥੇ ਹੋ ਸਕਦਾ ਸੀਗਾ, ਲੇਕਿਨ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਮੌਜੂਦ ਸੀਗੇ, ਉਹ ਕੱਲ ਸੰਡੇ ਦਾ ਦਿਨ ਸੀਗੇ ਤਾਂ ਨਾਲ ਜਿਹੜੀ ਹੈ ਸ਼ਾਮ ਵੇਲੇ ਜਿਹੜਾ ਕਾਫੀ ਰਸ਼ ਰਹਿੰਦਾ ਹੈ ਤਾਂ ਜਿਸ ਕਾਰਨ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਸੀਗੇ। ਇੱਕ ਵਾਰ ਤੁਹਾਨੂੰ ਜਿਹੜਾ ਤਸਵੀਰਾਂ ਫਿਰ ਦਿਖਾ ਦਈਏ, ਇੱਕ ਅਪਡੇਟ ਰਾਧਾ ਹੋਰ ਦਿਖਾਣਾ ਚਾਹਾਂਗਾ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂ ਕਿ ਇੱਕ ਵਾਰ ਤੁਹਾਨੂੰ ਇਹ ਹਿੱਸਾ ਦਿਖਾਵੇ ਤਾਰ ਦਾ ਕਿ ਕਿੰਨੀ ਮੋਟੀ ਤਾਰ ਹੈਗੀ ਹੈ ਜਿਹੜੀ ਕਿ ਇਹ ਅੰਦਰ ਸੀਗੀ, ਜਿਸ ਕਾਰਨ ਇਹ ਹਾਦਸਾ ਹੋਇਆ। ਤਾਰ ਪੂਰੀ ਤਰੀਕੇ ਨਾਲ ਜਿਹੜੀ ਲੱਗੀ ਹੁੰਦੀ ਉਹ ਹੁੱਕ ਦੇ ਨਾਲ ਉਹ ਤਾਰ ਬਾਹਰ ਆ ਕੇ ਗਿਰ ਗਈ, ਜਿਸ ਕਾਰਨ ਇਹ ਹਾਦਸਾ ਹੋਇਆ ਤੇ ਅਚਾਨਕ ਝੂਲਾ ਕਾਫੀ ਤੇਜ਼ੀ ਦੇ ਨਾਲ ਨੀਚੇ ਗਿਰਿਆ ਤੇ ਜਿਸ ਦੇ ਵਿੱਚ ਜਿਹੜੇ ਲੋਕ ਸਵਾਰ ਸੀਗੇ ਬਿਲਕੁਲ, ਕਿਉਂਕਿ ਬਹੁਤ ਸਾਰੇ ਲੋਕ ਕਿਉਂਕਿ ਬੜੀ ਉਚਾਈ ਤੋਂ ਅੰਕੁਸ਼ ਇਹ ਜਿਹੜਾ ਝੂਲਾ ਗਿਰਿਆ ਹੈ 50 ਫੁੱਟ ਦੀ ਹੈ, ਬੜੀ ਫੋਰਸ ਦੇ ਨਾਲ ਨੀਚੇ ਆਇਆ ਜੋ ਤਸਵੀਰਾਂ ਵੀ ਵੇਖ ਪਾ ਰਹੇ। ਲੇਕਿਨ ਹੁਣ ਜੇ ਜਾਂਚ ਦੀ ਗੱਲ ਕੀਤੀ ਜਾਏ, क्या पुलिस की जांच कित्थे पहुंची है? प्रबंधकों दे नाल जड़ा है कोई पहुंच कर पाई है पुलिस हुण तक? बिल्कुल प्रबंधकों के नाल पहुंच की गई है तो कुछ प्रबंधकों तो पुछगिछ भी की गई। हालांकि हले किसी की अरेस्ट इस मामले दे विच नहीं हुई है, लेकिन जिथे तक जांच का सवाल है मोहाली के जोड़े DC अमित तलवार उन्होंने वालों इस जांच के आदेश भी दे दिते गए हैं तो लगातार पुलिस भी अपने तरफों जांच कर रही है तो हादसा किवें होया। लेकिन जी प्राथमिक जांच करन तो बाद पुलिस का यह कहना है कि यह टैक्नीकल स्नैक की वजह नाल होया, लेकिन असल कारण की रही है तो इस दे पिछे जिम्मेवार कौन है उसका पता करने लिए जांच कमेटी बिठा दी गई, जांच मंगी गई है
ਤੇ ਜਿਸ ਤੋਂ ਬਾਅਦ ਹੁਣ ਜਿਹੜਾ ਇਸ ਹਾਦਸੇ ਤੋਂ ਬਾਅਦ ਮੇਲਾ ਜਿਹੜਾ ਕਿ 11 ਸਤੰਬਰ ਨੂੰ ਖਤਮ ਹੋਣਾ ਸੀ, ਇੱਕ ਵਾਰ ਤੁਹਾਨੂੰ ਤਸਵੀਰਾਂ ਵਿਖਾਦਾ ਕਿ ਇਸ ਨੂੰ ਹੁਣ ਤੋਂ ਹੀ ਜਿਹੜਾ ਪੈਕਅਪ ਕਰਨ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਗਿਆ। ਇਹ ਪੈਕਅਪ ਜਿਹੜਾ ਪਹਿਲਾਂ 11 ਸਤੰਬਰ ਤੱਕ ਹੋਣਾ ਸੀਗਾ, 11 ਸਤੰਬਰ ਤੱਕ ਇਹ ਮੇਲਾ ਚੱਲਣਾ ਸੀਗਾ, ਜਿਸ ਨੂੰ ਅੱਗੇ ਵਧਾਇਆ ਗਿਆ ਸੀਗਾ। ਲੇਕਿਨ ਹੁਣ ਇਹ ਕੱਲ ਜਿਹੜੀ ਘਟਨਾ ਹੋਈ ਹੈ ਉਸ ਤੋਂ ਬਾਅਦ ਇਸ ਮੇਲੇ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਹੁਣ ਇੱਥੇ ਪੈਕਿੰਗ ਦਾ ਵੀ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ। ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਇੱਥੇ ਪੈਕਿੰਗ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ। ਹੁਣ ਮੇਲਾ ਪੂਰੀ ਤਰੀਕੇ ਨਾਲ ਖਤਮ ਕਰ ਦਿੱਤਾ ਗਿਆ, ਕਿਉਂਕਿ ਜਦੋਂ ਇਸ ਤਰੀਕੇ ਦਾ ਹਾਦਸਾ ਹੁੰਦਾ, ਹਾਦਸੇ ਤੋਂ ਬਾਅਦ ਹੀ ਅਕਸਰ ਜਿਹੜਾ ਪ੍ਰਸ਼ਾਸਨ ਜਾਗਦਾ ਨਜ਼ਰ ਆਉਂਦਾ। ਇੱਥੇ ਵੀ ਉਹੀ ਚੀਜ਼ ਹੋਈ ਹੈ। ਹਾਲਾਂਕਿ ਜਿਹੜੀ ਅਨੁਮਤੀ ਸੀਗੀ, ਜਿਹੜੀ ਇੱਥੇ ਪਰਮਿਸ਼ਨ ਸੀਗੀ, ਉਹ ਕਿਸ ਤਰੀਕੇ ਨਾਲ ਦਿੱਤੀ ਗਈ ਸੀ ਕਿ ਇੱਥੇ ਕੋਈ ਇੰਤਜ਼ਾਮ ਸੀਗਾ, ਕੋਈ ਅਗਰ ਕੋਈ ਅਕਸਰ ਕੋਈ ਹਾਦਸਾ ਹੁੰਦਾ ਤਾਂ ਉਹਦੇ ਲਈ ਕੋਈ ਫਸਟ ਏਡ ਜਾਂ ਕੋਈ ਐਂਬੂਲੈਂਸ ਵਗੈਰਾ ਦਾ ਪਹਿਲਾਂ ਕੋਈ ਇੰਤਜ਼ਾਮ ਕੀਤਾ ਜਾਂਦਾ ਹੈ ਇਸ ਤਰੀਕੇ ਦੇ ਮੇਲੇ। ਲੇਕਿਨ ਇੱਥੇ ਐਸਾ ਦੀ ਕੋਈ ਵੀ ਚੀਜ਼ ਦੇਖਣ ਨੂੰ ਨਹੀਂ ਮਿਲੀ ਹੈ, ਜਿਸ ਤੋਂ ਬਾਅਦ ਲੋਕ ਬੇਹੱਦ ਇੱਥੇ ਖਾਸੇ ਗੁੱਸੇ ਦੇ ਵਿੱਚ ਰਾਤੀ ਨਜ਼ਰ ਆਏ ਨੇ, ਕਿਉਂਕਿ ਜਿਹੜੇ ਹਾਦਸਾ ਗ੍ਰਸਤ ਹੋਏ ਹਨ, ਜ਼ਾਹਿਰ ਜੀ ਗੱਲ ਹੈ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਤਾਂ ਕਾਫੀ ਗੁੱਸਾ ਆਇਆ ਤੇ ਜਿਹੜੇ ਆਮ ਲੋਕ ਇੱਥੇ ਘੁੰਮਣ ਆਏ ਸੀਗੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹੁਣ ਡਰ ਦਾ ਮਾਹੌਲ ਹੈਗਾ ਤੇ ਇਸ ਤਰੀਕੇ ਦੇ ਹੁਣ ਮੇਲਿਆਂ ਤੋਂ ਜਾਣ ਚ ਬਚਣ ਦੀ ਕੋਸ਼ਿਸ਼ ਉਹਨੂੰ ਜ਼ਰੂਰ ਕੀਤੀ ਜਾਵੇਗੀ, ਕਿਉਂਕਿ ਆਉਣ ਵਾਲਾ ਸਮੇਂ ਜਿਹੜਾ ਹੈਗਾ ਉਹ ਤਿਉਹਾਰੀ ਸੀਜ਼ਨ ਹੈ ਤੇ ਤਿਉਹਾਰੀ ਸੀਜ਼ਨ ਦੇ ਵਿੱਚ ਇਸ ਤਰੀਕੇ ਦੇ ਮੇਲੇ ਅਕਸਰ ਲੱਗਦੇ ਆ ਤੇ ਬੱਚੇ ਝੂਟੇ ਲੈਣ ਇੱਥੇ ਪਹੁੰਚਦੇ ਮੇਲਿਆਂ ਦੇ ਵਿੱਚ, ਅਮਿਊਜ਼ਮੈਂਟ ਪਾਰਕ ਦੇ ਵਿੱਚ। ਲੇਕਿਨ ਹੁਣ ਇਸ ਘਟਨਾ ਤੋਂ ਜ਼ਰੂਰ ਬੱਚੇ ਵੀ ਸਬਕ ਲੈਣਗੇ ਤੇ ਮਾਪੇ ਵੀ ਸਬਕ ਲੈਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਵੀ ਸਕਦਾ ਹੈ। ਜੀ ਅੰਕੁਸ਼, ਅਸੀਂ ਲੋਕਾਂ ਦਾ ਬਿਆਨ ਵੀ ਸੁਣਿਆ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਜਿਨ੍ਹਾਂ ਨੇ ਇਸ ਮੇਲੇ ਨੂੰ ਆਰਗੇਨਾਈਜ਼ ਕੀਤਾ ਉਹ ਮੌਕੇ ਤੋਂ ਭੱਜ ਗਏ ਜਦੋਂ ਇਹ ਹਾਦਸਾ ਵਾਪਰਿਆ, ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਵੇਗੀ? ਕੀ ਉਹ ਹੁਣ ਤੱਕ ਪਕੜ ਵਿੱਚ ਆਏ ਨੇ? ਬਿਲਕੁਲ ਨੀਲਮ, ਕੁਝ ਜਿਹੜੇ ਆਰਗੇਨਾਈਜ਼ਰਸ ਹੈ ਉਹਨਾਂ ਨਾਲ ਪੁਲਿਸ ਵੱਲੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜਦੋਂ ਇਹ ਹਾਦਸਾ ਹੋਇਆ ਤਾਂ ਉਸ ਦੌਰਾਨ ਜਿਹੜੇ ਸਾਰੇ ਜਿਹੜੇ ਪ੍ਰਬੰਧਕ ਸੀਗੇ ਇੱਥੋਂ ਭੱਜਦੇ ਨਜ਼ਰ ਆਏ। ਇੱਕ ਹੋਰ ਤੁਹਾਨੂੰ ਅਪਡੇਟ ਦੇਣਾ ਚਾਹਾਂਗਾ, ਠੀਕ ਸਾਹਮਣੇ ਇੱਕ ਕਿਸ਼ਤੀ ਵਾਲਾ ਜਿਹੜਾ ਝੂਲਾ ਹੈਗਾ ਜਿਹੜਾ ਤੁਸੀਂ ਵੇਖ ਰਹੇ ਹੋ, ਇਸ ਇਹ ਵੀ ਜਾਣਕਾਰੀ ਮਿਲ ਰਹੀ ਕਿ ਜਦੋਂ ਹਾਦਸਾ ਹੋਇਆ ਤੇ ਇਸ ਦੇ ਉੱਤੇ ਜਿਹੜੇ ਲੋਕ ਬੈਠੇ ਸੀਗੇ ਤੇ ਜਿਹੜੇ ਉਹ ਝੂਲੇ ਚਲਾ ਰਹੇ ਸੀਗੇ ਉਹ ਵੀ ਉੱਥੋਂ ਭੱਜ ਗਏ। ਉਸ ਤੋਂ ਬਾਅਦ ਜਿਹੜੇ ਲੋਕ ਉਸ ਝੂਲੇ ਤੇ ਬੈਠੇ ਹੋਏ ਉਹ ਲਗਾਤਾਰ ਕਾਫੀ ਦੇਰ ਤੱਕ ਝੂਲੇ ਦੇ ਉੱਤੇ ਹੀ ਝੂਲਦੇ ਰਹੇ ਤੇ ਕੋਈ ਵੀ ਉਸ ਝੂਲੇ ਨੂੰ ਰੋਕਣ ਵਾਲਾ ਤੱਕ ਨਹੀਂ ਸੀ। ਕਾਫੀ ਦੇਰ ਬਾਅਦ ਜਿਹੜਾ ਉਸ ਝੂਲੇ ਨੂੰ ਰੋਕਿਆ ਗਿਆ, ਜਿਸ ਤੋਂ ਬਾਅਦ ਜਿਹੜੇ ਉਸ ਝੂਲੇ ਦੇ ਉੱਤੇ ਜਿਹੜੇ ਲੋਕ ਬੈਠੇ ਸੀਗੇ ਉਹ ਨੀਚੇ ਉਤਰ ਪਏ। ਲੇਕਿਨ ਇਸ ਤਰੀਕੇ ਦੀ ਜਦੋਂ ਵੀ ਘਟਨਾ ਹੁੰਦੀ ਕਾਫੀ ਸਾਰੇ ਸਵਾਲ ਵੀ ਜ਼ਾਹਿਰ ਜੀ ਗੱਲ ਹੈ ਖੜੇ ਕਰ ਜਾਂਦੀ ਹੈ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਲਈ ਜਿਹੜਾ ਸਬਕ ਵੀ ਜ਼ਰੂਰ ਦਿੱਤਾ ਜਾਂਦਾ ਹੈ। ਤੇ ਅੱਜ ਜਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਕੱਲ ਦੇਰ ਰਾਤ ਇਸ ਮੋਹਾਲੀ ਦੇ ਫੇਜ਼ 8 ਦੇ ਦੁਸ਼ਹਿਰਾ ਗਰਾਊਂਡ, ਉਸ ਤੋਂ ਬਾਅਦ ਜਿਹੜਾ ਜ਼ਾਹਿਰ ਜੀ ਗੱਲ ਹੈ ਹੁਣ ਅੱਗੇ ਆਉਣ ਵਾਲੇ ਜਿਹੜੇ ਮੇਲੇ ਉੱਥੇ ਪਰਮਿਸ਼ਨਸ ਨੂੰ ਲੈ ਕੇ ਪੂਰੀ ਹੁਣ ਬਿਲਕੁਲ ਪਰਮਿਸ਼ਨਸ ਨੂੰ ਲੈ ਕੇ ਔਰ ਜਿਹੜੇ ਇੰਤਜ਼ਾਮ ਅੰਕੁਸ਼ ਅਕਸਰ ਕਿਉਂਕਿ ਅਜਿਹੇ ਜਦੋਂ ਮੇਲੇ ਕਿਉਂਕਿ ਬਹੁਤ ਸਾਰੇ ਲੋਕ ਆਉਂਦੇ ਨੇ, ਬੱਚੇ ਹੁੰਦੇ ਨੇ, ਐਂਬੂਲੈਂਸ ਹੋਣਾ, ਪੀਸੀਆਰ ਦਾ ਹੋਣਾ, ਕਿਉਂਕਿ ਪਰਮਿਸ਼ਨਸ ਤਮਾਮ ਲਈਆਂ ਗਈਆਂ ਹੁੰਦੀਆਂ ਨੇ, ਪੂਰੇ ਆਸ-ਪਾਸ ਦੇ ਲੋਕ ਅਜਿਹੇ ਮੇਲਿਆਂ ਦੇ ਵਿੱਚ ਪਹੁੰਚਦੇ ਨੇ। ਸੋ ਇਹ ਬਹੁਤ ਸਾਰੀ ਕਮੀਆਂ ਇੱਥੇ ਪਾਈਆਂ ਗਈਆਂ। ਬਿਲਕੁਲ ਬਹੁਤ ਸਾਰੀ ਕਮੀਆਂ ਪਾਈਆਂ ਗਈਆਂ। ਇਹ ਹੁਣ ਜਾਂਚ ਹੋਣ ਤੋਂ ਬਾਅਦ ਹੀ ਸਾਫ਼ ਹੋ ਪਾਏਗਾ ਕਿ ਅਸਲ ਇਸ ਦਾ ਦੋਸ਼ੀ ਕੌਣ ਹੈ ਤੇ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਕਿ ਝੂਲਾ ਮਾਲਕ ਜਿਹੜਾ ਝੂਲਾ ਚਲਾ ਰਿਹਾ ਸੀਗਾ, ਜਿਹੜੇ ਝੂਲੇ ਆਪਰੇਟ ਕਰ ਰਹੇ ਸੀ, ਕੀ ਉਹ ਅਸਲ ਦੇ ਵਿੱਚ ਦੋਸ਼ੀ ਹੈ ਜਾਂ ਪੂਰੀ ਜਿਹੜੀ ਮੈਨੇਜਮੈਂਟ ਜਿਹੜੀ ਹੈਗੀ ਉਹ ਦੋਸ਼ੀ ਹੈ? ਕਿਉਂਕਿ ਪਰਮਿਸ਼ਨਸ ਤਾਂ ਲੈ ਲਿੱਤੀ ਜਾਂਦੀ ਲੇਕਿਨ ਪਰਮਿਸ਼ਨਸ ਦੇ ਅੱਗੇ ਉਹਨਾਂ ਨੂੰ ਪੂਰਾ ਕਿਵੇਂ ਕੀਤਾ ਜਾਣਾ ਇਹ ਅਕਸਰ ਸਵਾਲ ਖੜੇ ਕਰਦਾ ਤੇ ਇਸ ਹਾਦਸੇ ਤੋਂ ਬਾਅਦ ਵੀ ਇਸ ਤਰੀਕੇ ਦੇ ਸਵਾਲ ਜਾਇਜ਼ ਜੀ ਗੱਲ ਹੈ ਖੜੇ ਹੋਏ ਨੇ। ਇਹ ਤੇ ਜਿਸ ਤਰੀਕੇ ਨਾਲ ਹਾਦਸਾ ਹੋਇਆ, ਹਾਦਸਾ ਭਵਿੱਖ ਦੇ ਵਿੱਚ ਨਾ ਹੋਇਆ ਤੇ ਇਸ ਲਈ ਹੁਣ ਜ਼ਰੂਰ ਹੁਣ ਕਾਫੀ ਜ਼ਿੰਮੇਵਾਰੀ ਦੇ ਨਾਲ ਹੁਣ ਜਿਹੜੀ ਹੈ ਪਰਮਿਸ਼ਨ ਜਿਹੜੇ ਜਿਨ੍ਹਾਂ ਵੱਲੋਂ ਦਿੱਤੀ ਜਾਣੀ ਹੈ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਉਹ ਜ਼ਰੂਰ ਇਸ ਤੇ ਹੁਣ ਗੌਰ ਕਰਨਗੀਆਂ ਤੇ ਪੂਰਾ ਪੁਖਤਾ ਇੰਤਜ਼ਾਮ ਹੋਣ ਤੋਂ ਬਾਅਦ ਹੀ ਕਿਸੇ ਨੂੰ ਜਿਹੜੀ ਹੈ ਪਰਮਿਸ਼ਨ ਦਿੱਤੀ ਜਾਵੇਗੀ ਤਾਂ ਕਿ ਭਵਿੱਖ ਦੇ ਵਿੱਚ ਇਸ ਤਰੀਕੇ ਦਾ ਕੋਈ ਹੋਰ ਹਾਦਸਾ ਨਾ ਵਾਪਰ ਸਕੇ। ਬਿਲਕੁਲ, ਔਰ ਜੋ ਲੋਕ ਜ਼ਖਮੀ ਹੋਏ ਨੇ ਕਿਉਂਕਿ ਬੜੇ ਫੋਰਸ ਦੇ ਨਾਲ ਇਹ ਚੂਲਾ ਨੀਚੇ ਡਿੱਗਿਆ ਹੈ 50 ਫੁੱਟ ਦੀ ਉਚਾਈ ਤੋਂ, ਯਕੀਨਨ ਬਹੁਤ ਸਾਰੇ ਲੋਕ ਗੰਭੀਰ ਹਾਲਤ ਵੀ ਸੀਗੇ ਜਿਸ ਨਾਲ ਤਸਵੀਰਾਂ ਵੀ ਵੇਖੀਆਂ। ਇਸ ਵੇਲੇ ਦੀ ਕੀ ਅਪਡੇਟ ਉਹਨਾਂ ਸਭ ਦੀ ਹਾਲਤ ਨੂੰ ਲੈ ਕੇ ਹੈ ਅੰकुश? ਬਿਲਕੁਲ ਜਿਹੜੀ ਜਾਣਕਾਰੀ ਮਿਲ ਰਹੀ ਹੈ ਤਕਰੀਬਨ 12 ਤੋਂ 13 ਜਿਹੜੇ ਇੰਜਰਡ ਸੀਗੇ ਉਹ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਲਾਂਕਿ ਹਲੇ ਵੀ ਉਹ ਜ਼ੇਰੇ ਇਲਾਜ ਹੈ। ਕੁਝ ਜਿਹੜੇ ਮਰੀਜ਼ ਹੈ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਆਪਣੇ ਘਰ ਚਲੇ ਗਏ ਨੇ ਲੇਕਿਨ ਜਿਹੜੀ ਫਸਟ ਏਡ ਦੇਣ ਤੋਂ ਬਾਅਦ। ਲੇਕਿਨ ਮੈਕਸਿਮਮ ਜਿਹੜੇ ਲੋਕਾਂ ਨੂੰ ਜਿਹੜੀ ਹੈ ਉਹ ਸਪਾਈਨ ਦੀ, ਨੈਕ ਦੀ ਤੇ ਜਿਹੜੀ ਹੈ ਚੈਸਟ ਦੀ ਜਿਹੜੀ ਹੈ ਉਹ ਚੋਟਾਂ ਆਈਆਂ ਕਿਉਂਕਿ ਜਦੋਂ ਇਹ ਝੂਲਾ ਕਾਫੀ ਤੇਜ਼ੀ ਦੇ ਨਾਲ ਨੀਚੇ ਗਿਰਿਆ ਜਿਹੜੀ ਇਹਦੇ ਨਾਲ ਬੈਲਟ ਲੱਗੀ ਹੁੰਦੀ ਹੈ ਜਿਹੜੀ ਉਸ ਦੇ ਉੱਤੇ ਵੀ ਪ੍ਰੈਸ਼ਰ ਕਾਫੀ ਜ਼ੋਰ ਦੀ
ਪਿਆ ਤੇ ਉਹ ਲੋਹੇ ਦੀ ਬੈਲਟ ਹੈਗੀ ਜਿਹੜੀ ਕਿ ਸਿੱਧਾ ਸਰੀਰ ਦੇ ਵਿੱਚ ਆ ਕੇ ਖੂਬੀ ਹੈ ਤੇ ਜਿਸ ਕਾਰਨ ਲੋਕ ਜ਼ਿਆਦਾ ਜਿਨ੍ਹਾਂ ਨੂੰ ਸੱਟਾਂ ਵੱਜੀ ਹੈ ਤੇ ਜਿਹੜੀ ਜਾਣਕਾਰੀ ਮਿਲ ਰਹੀ ਹਾਲੇ ਵੀ 12 ਤੋਂ 13 ਲੋਕ ਹੈ ਜਿਹੜੇ ਕਿ ਗੰਭੀਰ ਰੂਪ ਦੇ ਨਾਲ ਘਾਇਲ ਹੈ, ਜਿਹੜੇ ਕਿ ਮੋਹਾਲੀ ਦੇ ਫੇਸ 6 ਸਰਕਾਰੀ ਹਸਪਤਾਲ ਤੇ ਕੁਝ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿਹਦੇ ਇਲਾਜ ਹੈ ਤੇ ਕੁਝ ਲੋਕਾਂ ਨੂੰ ਜਿਹੜੀ ਹੈ ਉਹ ਇਲਾਜ ਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜੀ। बिल्कुल। और अजय विचकार अंकुश जिथे जवाबदेही दी असीं गल करदे हां क्योंकि परमिशन दित्तियां गईयां लेकिन किते ना किते प्रशासन दी भी इत्थे अणगहली है कि परमिशन दित्ती गई लेकिन किसी तरह के इंतजाम के बारे ना तो किसी ने जांच की है ना ही इस बारे कोई फिक्र कि हाँ इत्थे एडा वड्डा मेला लग रहा है, ऑर्गेनाइजर्स ने परमिशन ले लिया लेकिन उस तो बाद की प्रोटोकॉल सारे फॉलो किए गए ने। बिल्कुल यही जो इस तरीके का कोई हादसा वापरता तो उस तो बाद ही प्रशासन जागता है, उस तो बाद ही नींद खुलती है। कल ये जी घटना हुई है जो घटना हुई तो उस तो बाद इत्थे पता लग गया कि इत्थे तो कोई उस तरीके का इंतजाम ही नहीं है, कोई फर्स्ट एड का इंतजाम नहीं, कोई एंबूलेंस का इंतजाम नहीं है, कोई PCR का इंतजाम नहीं है। हादसा होने तो काफ़ी देर बाद इत्थे जो एंबूलेंस पहुंची जो PCR की गड्डियां पहुंची उन्होंने जोड़े लोग इत्थे लैके गए मैक्सीमम जोड़े मरीज है जोड़े घायल होए सी उन्होंने लोग अपनी ही प्राइवेट गड्डियां दे विच हस्पताल लैके गए ने क्योंकि इत्थे इंतजाम नहीं सी। पहले तो इत्थे आने का जोड़ा राह वो काफ़ी संगरा सीगा जिस दे वजह नाल काफ़ी दिक्कत हुई है। तो ये सारी चीज़ां हैगी हुण जांच का विषय, जांच होने तो बाद साफ हो पाएगा कि असल दे विच जिहड़े प्रोटोकॉल्स जिहड़े अपनाने जरूरी होंदे वो प्रोटोकॉल्स की अपनाए गए सी या नहीं अपनाए गए सी तो उहदे पिछे की कारण रहा ते कौन उहदे लई जिम्मेदार है। हुण ये सारी जांच होने तो बाद साफ हो पाएगा लेकिन साफ जी गल है जिहड़ा कल जिहड़ी घटना हुई है काफ़ी दर्दनाक घटना हुई है। हालांकि ये जिहड़ी पल्ला झाड़िया जा रहा है कि ये टेक्निकल स्नैक की वजह नाल लेकिन टेक्निकल स्नैक के पिछे भी कुछ कारण होंगे वो कारण की रहे हैं तो उस तो बाद जिम्मेवारी सीगी उस जिम्मेवारी तो क्यों भजे वो सारा हुण जांच होने तो बाद साफ हो पाएगा तो साफ हो पाएगा कि असल जिम्मेवार कौन है। जी अंकुश शुक्रिया फिलहाल दी सारी जानकारी और तस्वीरां ली। सो फिलहाल हादसे वाले समय की तस्वीर किस तरह के नाल ये जड़ा चूल्हा है तकरीबन 50 फुट की ऊंचाई तो हेठा डिग्या और उस तो बाद इत्थे अफरा तफड़ी चीख पुकार मच गई जिस नाल कई लोग जख्मी हुए, बच्चे भी इस विच शामिल सन। एडवेंचर जड़ी है राइड अक्सर लोग इस विच सवार होंदे ने लेकिन किस तरह नाल दर्दनाक हादसा वापरिया तस्वीरां अपने आप बयां कर रही ने। लेकिन इस तो बाद नीलम हाल है सी कि ना सिर्फ इसकी किसी ने जिम्मेवारी लैण तो भी इनकार किया बल्कि मदद करन दी बजाय सारे इत्थों दी दौड़ गए। जी इत्थे वड्डा सवाल यही है राधा जी कि आखिर इस हादसे लई जिम्मेवार कौन क्योंकि हर कोई भजदा होया नजर आ रहा है। इत्थे ਅਸੀਂ ਵੇਖ ਸਕਦੇ ਹਾਂ ਤਸਵੀਰਾਂ ਵਿੱਚ ਕਿ ਜਿਹੜੀ ਇਹ ਰੱਸੀ ਹੈ ਇਹ ਤਾਰੇ ਟਾਈ ਨਹੀਂ ਸਹੀ ਤਰੀਕੇ ਕੀਤੀ ਗਈ ਸੀ ਜੀ ਇਸ ਲਈ ਈਜ਼ੀਲੀ ਇਹ ਇਸ ਤਰ੍ਹਾਂ ਟੁੱਟ ਗਈ ਤੇ ਹਾਦਸੇ ਦਾ ਸ਼ਿਕਾਰ ਇੰਨੇ ਲੋਕ ਇੱਥੇ ਨਜ਼ਰ ਆਏ।